ਸਾਹਿਬ ਜੀ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਗੁਰ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਗੁਰ ਹਰਗੋਬਿੰਦ ਸੋਭ ਸੋਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜੂਰ ਜਾਹਰਾ ਜਹੂਰ, ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਦਸਾਂ ਗੁਰੂਆਂ ਦੇ ਰੱਬੀ ਸਵਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪਾਕ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੇ ਪਾਕ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹਾਂ। ਜੋ ਪਿਛਲੇ ਕੁਝ ਸਮੇਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਫਰਮਾਨ ਅਨੁਸਾਰ ਬਾਬੇ ਭੀਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਾਂ ਧਰਤ ਲੁਕਾਈ। ਭਾਈ ਗੁਰਦਾਸ ਜੀ ਦੇ ਬਚਨਾਂ ਦੇ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਸੰਸਾਰ ਦੀਆਂ 4 ਉਦਾਸੀਆਂ, ਉਹਨਾਂ ਦਾ ਇਤਿਹਾਸ ਆਪਾਂ ਲੜੀਵਾਰ ਕਥਾ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਹਾਂ। ਚੱਲ ਰਹੇ ਇਤਿਹਾਸ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਮੂ ਤੋਂ ਬਾਅਦ ਇੱਕ ਨਗਰ ਦੇ ਵਿੱਚ ਪਹੁੰਚੇ ਨੇ।
ਜਿੱਥੇ ਇੱਕ ਰਾਜਾ ਰਹਿੰਦਾ ਹੈ, ਬਹੁਤ ਕੁਕਰਮੀ ਹੈ, ਬਹੁਤ ਜ਼ੁਲਮੀ ਹੈ, ਆਪਣੀ ਪ੍ਰਜਾ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕਰਦਾ ਹੈ। ਤੇ ਜੇਕਰ ਕੋਈ ਹਿੰਦੂ ਉਹਦੇ ਰਾਜ ਦੇ ਵਿੱਚ ਆ ਕਰਕੇ ਬੈਠ ਜਾਂਦਾ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇੱਕ ਦਿਨ ਕੀ ਵਾਪਰਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਉਸ ਸਥਾਨ ਤੇ ਪਹੁੰਚੇ ਨੇ ਤੇ ਇੱਕ ਚੋਲਾ ਜਿਹੜਾ ਹੈ ਉਹ ਪਰਮਾਤਮਾ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਨਿਆ ਹੈ, ਜਿਹਦੇ ਉੱਪਰ ਅਰਬੀ, ਫਾਰਸੀ ਜਾਂ ਸੰਸਕ੍ਰਿਤ, ਹਿੰਦੀ ਹੋਰ ਭਾਸ਼ਾਵਾਂ ਦੇ ਅੱਖਰ ਮੜੇ ਹੋਏ ਨੇ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਚੋਲਾ ਤਨ ਤੇ ਧਾਰਨ ਕੀਤਾ ਹੈ ਤੇ ਸਾਧ ਸੰਗਤ ਜੀ ਬਹੁਤ ਸੋਹਣਾ ਲੱਗ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਨ ਤੇ ਜਦੋਂ ਰਾਜੇ ਦੇ ਵਜ਼ੀਰਾਂ ਨੂੰ ਇਹ ਗੱਲ ਪਤਾ ਲੱਗੀ ਹੈ ਤੇ ਸਾਰੀ ਇਤਲਾਹ ਦਿੱਤੀ ਹੈ ਰਾਜੇ ਨੂੰ ਜਾ ਕਰਕੇ। ਤੇ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਹੁਕਮ ਦਿੱਤਾ ਏ ਕਿ ਜਿਹੜੇ ਚੋਲੇ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਨ ਤੋਂ ਉਤਾਰ ਲਿਆ ਜਾਵੇ। ਹੁਕਮ ਮੰਨ ਕੇ ਵਜ਼ੀਰ ਰਾਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਗਏ ਨੇ, ਬਹੁਤ ਯਤਨ ਕੀਤੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਨ ਤੋਂ ਚੋਲਾ ਨਹੀਂ ਉਤਾਰ ਸਕੇ। ਹੁਣ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਤੇ ਰਾਜਾ ਖੁਦ ਉਹਨਾਂ ਦੇ ਕੋਲ ਚੱਲ ਕੇ ਆਇਆ ਹੈ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਾਣੀ ਦੇ ਵਿੱਚ ਸੁਟਵਾਉਣਾ ਕੀਤਾ ਹੈ। ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਗ ਦੇ ਵਿੱਚ ਸੁੱਟਣਾ ਕੀਤਾ ਹੈ। ਤੇ ਜਦੋਂ ਸਾਧ ਸੰਗਤ ਜੀ ਦੋਨੋਂ ਉਹਦੇ ਕੀਤੇ ਹੋਏ ਕਾਰਜ ਨੇ ਸਫਲ ਹੋਏ ਨੇ ਤੇ ਰਾਜੇ ਦੇ ਵਜ਼ੀਰਾਂ ਨੇ ਦੱਸਿਆ ਕਿ ਇਹ ਕੋਈ ਆਮ ਵਿਅਕਤੀ ਨਹੀਂ, ਇਹ ਪਰਮਾਤਮਾ ਦਾ ਸਰੂਪ ਸੰਤ ਨੇ। ਜਦੋਂ ਇਸ ਗੱਲ ਦਾ ਪਤਾ ਉਸ ਰਾਜੇ ਨੂੰ ਆਪਣੇ ਵਜ਼ੀਰਾਂ ਤੋਂ ਲੱਗਾ ਹੈ ਤੇ ਉਹ ਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਣੀ ਪਿਆ ਹੈ। ਹੁਣ ਅੱਗੇ ਸਾਧ ਸੰਗਤ ਜੀ ਕੀ ਵਾਪਰੇਗਾ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਏਕਾਗਰ ਚਿਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਕਰੁਣਾ ਦੇ ਘਰ ਦੇ ਵਿੱਚ ਆਈਏ, ਰਸਨਾ ਨੂੰ ਕਰੀਏ ਪਵਿੱਤਰ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਰ ਮਾਰਨ ਜੇ ਪਰ ਹਰੈ, ਤਾਉ ਤੂੰ ਬਖਸ਼ਿਆ ਜਾਏ। ਨਹਿ ਤਿਆਗੈ ਦੁਖ ਪਾਏ ਹੈ, ਦੋਜ਼ਖ ਮਿਲੈ ਸਜ਼ਾਏ। ਨਰ ਮਾਰਨ ਜੇ ਪਰ ਹਰੈ, ਤਾਉ ਤੂੰ ਬਖਸ਼ਿਆ ਜਾਏ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰਾਜੇ ਦਾ ਸੰਵਾਦ ਚੱਲ ਰਿਹਾ ਹੈ। ਰਾਜਾ ਜਿਹੜਾ ਹੈ ਉਹ ਕਰੁਣਾ ਦੇ ਘਰ ਦੇ ਵਿੱਚ ਆਇਆ ਹੈ, ਨਿਮਰਤਾ ਦੇ ਘਰ ਦੇ ਵਿੱਚ ਆ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ ਰਿਹਾ ਹੈ ਕਿ ਗੁਰੂ ਜੀ ਮੇਰੇ ਜਿਹੜੇ ਪਿਛਲੇ ਔਗਣ ਨੇ ਉਹ ਸਾਰੇ ਤੁਸੀਂ ਬਖਸ਼ ਦੇਵੋ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਸਿੱਖਿਆ ਦਿੱਤੀ ਹੈ ਕਿ ਬਾਦਸ਼ਾਹ ਜੇਕਰ ਤੂੰ ਮਨੁੱਖਾਂ ਨੂੰ ਮਾਰਨਾ ਛੱਡ ਦੇਵੇਂ, ਜੇ ਮਨੁੱਖਾਂ ਦਾ ਜਿਹੜਾ ਕਤਲ ਕਰਨਾ ਛੱਡ ਦੇਵੇਂ ਤੇ ਜਿਹੜੇ ਤੇਰੇ ਸਾਰੇ ਕੀਤੇ ਹੋਏ ਪਿਛਲੇ ਪਾਪ ਨੇ ਉਹ ਬਖਸ਼ੇ ਜਾਣਗੇ। ਨਹਿ ਤਿਆਗੇ ਦੁਖ ਪਾਏ ਹੈ, ਦੋਜਕ ਮਿਲੈ ਸਜਾਏ। ਤੇ ਜੇਕਰ ਤੂੰ ਇਹ ਕਰਮ ਕਰਨਾ ਨਹੀਂ ਛੱਡੇਗਾ, ਜੇਕਰ ਪਹਿਲੇ ਦੀ ਤਰ੍ਹਾਂ ਇਸੇ ਤਰ੍ਹਾਂ ਮਨੁੱਖਾਂ ਨੂੰ ਮਾਰੇਗਾ, ਮਨੁੱਖਾਂ ਦੇ ਉੱਪਰ ਕਸ਼ਟ ਕਰੇਗਾ, ਤੈਨੂੰ ਦੁੱਖ ਤਾਂ ਭੋਗਣੇ ਪੈਣਗੇ, ਪਰ ਨਾਲ ਦੀ ਨਾਲ ਜਿਹੜੀ ਨਰਕ ਦੀ ਅੱਗ ਹੈ ਉਹਦੇ ਵਿੱਚ ਵੀ ਤੈਨੂੰ ਸੜਨਾ ਪਵੇਗਾ। ਚਾਉ ਪਈ ਲਾਜ ਬਰਦ ਸੁਨ ਬੈਨ ਅਲਾਇਓ, ਜਬ ਕੋ ਤੁਮਰੇ ਪਗ ਲਪਟਾਇਓ। ਹੁਣ ਉਸ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਤੋ ਬਚਨ ਸੁਨੇ ਨੇ
ਤੇ ਬਚਨ ਸੁਣਦਿਆਂ ਸਾਰ ਉਸ ਰਾਜੇ ਨੇ ਆਪਣੇ ਮੁਖ ਤੋਂ ਬਚਨ ਕਹੇ ਨੇ। ਕਹਿ ਰਿਹਾ ਕਿ ਮਹਾਰਾਜ, ਜਦੋਂ ਦਾ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਜਦੋਂ ਦਾ ਮੈਂ ਤੁਹਾਡੇ ਚਰਨ ਜਿਹੜੇ ਉਹ ਪਕੜਨੇ ਕੀਤੇ ਹਨ, ਤ੍ਰਿਣ ਤੋਰਨ ਕੀ ਸ਼ਕਤ ਨ ਰਹੀ, ਔਰ ਕਹੋ ਜੋ ਕਰ ਹੋ ਸਹੀ। ਤੇ ਵਾਪਰਿਆ ਕੀ ਆ, ਮੇਰੇ ਪਾਸ ਇੱਕ ਤੀਲਾ ਤੋੜਨ ਦੀ ਤਾਕਤ ਵੀ ਨਹੀਂ, ਮੇਰੇ ਪਾਸ ਇੰਨਾ ਬਲ ਨਹੀਂ ਰਿਹਾ ਕਿ ਜਿਹਦੇ ਨਾਲ ਮੈਂ ਕਿਸੇ ਨੂੰ ਮਾਰ ਸਕਾਂ ਜਾਂ ਕਿਸੇ ਨੂੰ ਮੌਤ ਦੇ ਘਾਟ ਉਤਾਰ ਸਕਾਂ। ਜੇਕਰ ਤੁਸੀਂ ਆਪਣੀ ਕਿਰਪਾ ਕਰਕੇ ਜਿਹੜੀ ਵੀ ਸਿੱਖਿਆ ਮੈਨੂੰ ਦੇਵੋਗੇ, ਮੈਂ ਉਹ ਤੁਹਾਡੀ ਸਿੱਖਿਆ ਮੰਨਣਾ ਕਰਾਂਗਾ, ਭਾਵ ਕਿ ਉਹਦੇ ਤੇ ਅਮਲ ਕਰਾਂਗਾ। ਜੇ ਤੈ ਹਮਰੀ ਆਇਸ ਮਾਨੀ, ਸਤਨਾਮ ਸਿਮਰਹੁ ਸੁਖਦਾਨੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਰਾਜੇ ਨੂੰ ਕਿਹਾ ਹੈ ਕਿ ਰਾਜਨ, ਜੇਕਰ ਤੂੰ ਦੁਨੀਆ ਦੇ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਜੇਕਰ ਤੂੰ ਆਪਣੇ ਪਾਪ ਜਿਹੜੇ ਨੇ ਉਹਨਾਂ ਨੂੰ ਬਖਸ਼ਣਾ ਚਾਹੁੰਦਾ ਹੈ, ਤੇ ਦਿਨ ਰਾਤ ਕੀ ਕਰਨਾ ਹੈ ਕਿ ਉਸ ਸਤਨਾਮ ਦਾ ਜਿਹੜਾ ਜਾਪ ਹੈ, ਇੱਕ ਮਨ ਚਿੱਤ ਹੋ ਕੇ ਲਿਵ ਜੋੜ ਕੇ ਪਰਮਾਤਮਾ ਦੇ ਨਾਲ ਸਦਾ ਉਸ ਨੂੰ ਜਪਣਾ ਹੈ। ਕਰ ਆਹਾਰ ਕੋ ਹੇਤ ਖੁਦਾਏ, ਦੇਸ਼ ਆਪਣੇ ਦੇਗ ਚਲਾਏ। ਹਮੇਸ਼ਾ ਨਾਮ ਸਿਮਰਨ ਦੇ ਵਿੱਚ ਜੁੜੇ ਰਹਿਣਾ ਹੈ ਤੇ ਆਪਣੀ ਕੀਤੀ ਹੋਈ ਕੀਰਤੀ ਦੇ ਵਿੱਚੋਂ, ਆਪਣੀ ਕੀਤੀ ਹੋਈ ਕਮਾਈ ਦੇ ਵਿੱਚੋਂ ਹਮੇਸ਼ਾ ਆਪਣੇ ਰਾਜ ਦੇ ਵਿੱਚ ਲੰਗਰ ਜਿਹੜਾ ਏ ਉਹਨੂੰ ਹਮੇਸ਼ਾ ਤੁਸੀਂ ਚੱਲਦੇ ਰੱਖਣਾ ਹੈ। ਭੂਖਾ ਰਹਿਣ ਨ ਕੋ ਪਾਵੈ, ਵਸਤਰ ਸੁਦੇਹੁ ਨਗਰ ਜੋ ਆਵੈ। ਤਾਂ ਕਿ ਉਸ ਚੱਲਦੇ ਹੋਏ ਲੰਗਰ ਨੂੰ ਛਕ ਕੇ ਕੋਈ ਵੀ ਮਨੁੱਖ ਭੁੱਖਾ ਨਾ ਰਹਿ ਸਕੇ। ਤੇ ਜੇਕਰ ਤੁਹਾਡੇ ਨਗਰ ਦੇ ਵਿੱਚ ਕੋਈ ਨੰਗਾ ਆ ਜਾਵੇ, ਉਹਦੇ ਤਨ ਨੂੰ ਢੱਕਣ ਲਈ ਤੁਸੀਂ ਉਸ ਨੂੰ ਸਭ ਤੋਂ ਪਹਿਲਾਂ ਜਿਹੜੀ ਵਸਤਰਾਂ ਦੀ ਸੇਵਾ ਏ ਉਹ ਕਰਨੀ ਹੈ। ਆਜ਼ਜ਼ ਕੀ ਪਰਵਰਿਸ਼ ਕਰੀਜੈ, ਕਲ ਮਲ ਕਰਨੇ ਸਭ ਤਜ ਜੀਜੈ। ਤੇ ਜੇ ਕੋਈ ਨਿਰਧਨ ਭਾਵ ਕੇ ਧਨ ਤੋਂ ਹੀਣਾ ਮਨੁੱਖ ਤੁਹਾਡੇ ਇਸ ਨਗਰ ਦੇ ਵਿੱਚ ਚੱਲ ਕਰਕੇ ਆਵੇ, ਤਾਂ ਉਸ ਨਿਰਧਨ ਨੂੰ ਤੁਸੀਂ ਧਨ ਦੇ ਕੇ ਸਹਾਇਤਾ ਕਰਨੀ ਹੈ, ਜਿਹਦੇ ਨਾਲ ਕੀ ਹੈ ਤੁਹਾਡਾ ਭਲਾ ਹੋਵੇਗਾ। ਸਾਰੇ ਜਿਹੜੇ ਪਾਪ ਨੇ ਉਹ ਬਖਸ਼ੇ ਜਾਣਗੇ। ਮਾਨ ਬਚਨ ਕੀਨੋ ਸੋ ਕਾਮੋ, ਸਿਮਰਨ ਕਰਨ ਲਗਾ ਸਤਨਾਮ। ਕਿਰਪਾ ਹੋਈ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨੇ ਨੇ ਤੇ ਸਾਧ ਸੰਗਤ ਜੀ ਬਚਨ ਮੰਨਦਿਆਂ ਸਾਰ ਕਿਰਪਾ ਕੀ ਹੋਈ ਹੈ ਕਿ ਦਿਨ ਰਾਤ ਉਸ ਪਰਮਾਤਮਾ ਦਾ ਹੁਣ ਉਹ ਰਾਜਾ ਸਿਮਰਨ ਕਰਨ ਲੱਗਾ ਏ, ਜਿਹਦੇ ਨਾਲ ਹੁਣ ਉਹ ਰਾਜੇ ਦੀ ਮੈਲੀ ਹੋਈ ਜਿਹੜੀ ਮੱਤ ਹੈ ਉਹ ਹੌਲੀ ਹੌਲੀ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਮਨ ਦੇ ਵਿੱਚ ਹੋਈ ਜਾਂਦਾ ਏ, ਤੇ ਜਿਹੜੀ ਪਾਪਾਂ ਦੇ ਨਾਲ ਭਰੀ ਹੋਈ ਮੱਤ ਉਹ ਉਜਲ ਹੋਈ ਜਾ ਰਹੀ ਹੈ। ਪੀਰ ਕਰਿਓ ਸ੍ਰੀ ਨਾਨਕ ਤਾਹੀ, ਪਇਓ ਮਰੀਦ ਸੇਵ ਚਿਤ ਚਾਹੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹ ਦਰਵੇਸ਼ ਮੰਨਣ ਲੱਗਾ ਏ, ਤੇ ਦਰਵੇਸ਼ ਮੰਨ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੇਵਕ ਬਣਿਆ ਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸੇਵ ਕਰਨ ਦੀ ਜਿਹੜੀ ਇੱਛਾ ਉਹ ਪ੍ਰਗਟ ਕੀਤੀ ਹੈ। ਕੀਤਿਕ ਦਿਵਸ ਬਸੇ ਤੇ ਪੁਰ ਮੈਂ, ਪਸਰਿਓ ਸੋ ਜਸ ਸਰਬ ਘਰ ਘਰ ਮੈਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਕੁ ਸਮਾਂ ਉਸ ਰਾਜੇ ਦੇ ਪਾਸ ਰਹੇ ਨੇ, ਜਿੰਨਾ ਸਮਾਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਅਸਥਾਨ ਤੇ ਗੁਜ਼ਾਰਿਆ ਹੈ, ਐਸਾ ਜਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਸ ਨਗਰ ਦੇ ਵਿੱਚ ਫੈਲਿਆ ਹੈ
ਕਿ ਘਰ ਘਰ ਦੇ ਵਿੱਚ ਹੁਣ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤ ਕਰਨ ਲੱਗੇ ਹਨ। ਹੋਵਨ ਲਗੀ ਅਤਿਥ ਕੀ ਸੇਵਾ, ਜਪਹਿ ਨਾਮ ਸ਼੍ਰੀ ਅਲਖ ਅਪੇਵਾ। ਐਸੀ ਕਿਰਪਾ ਹੋਈ ਹੈ। ਜਿਸ ਰਾਜ ਦੇ ਵਿੱਚ ਕਦੀ ਹਿੰਦੂਆਂ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ, ਜਿਸ ਰਾਜ ਦੇ ਵਿੱਚ ਕਿਤੇ ਮਨੁੱਖਾਂ ਦੀ ਮੌਤ ਹੁੰਦੀ ਸੀ, ਹੁਣ ਉਸ ਰਾਜ ਦੇ ਵਿੱਚ ਸਾਧ ਸੰਗਤ ਜੀ ਪ੍ਰਮਾਤਮਾ ਦਾ ਨਾਮ ਦਿਨ ਰਾਤ ਲੋਕੀ ਸਿਮਰ ਰਹੇ ਨੇ, ਤੇ ਉਹ ਜਿਹੜਾ ਜ਼ੁਲਮ ਦੇ ਨਾਲ ਭਰਿਆ ਹੋਇਆ ਇਲਾਕਾ ਸੀ, ਉਹ ਸਵਰਗ ਦਾ ਜਿਹੜਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਏਕ ਦਿਵਸ ਬੈਠੇ ਜਗ ਸਾਈ, ਸ੍ਰੀ ਅੰਗਦ ਮੈਂ ਗਿਰਾ ਅਲਾਈ। ਹੁਣ ਭਾਈ ਬਾਲਾ ਜੀ ਦੱਸ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਵਾਰਤਾ। ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਕ ਦਿਨ ਜਿਹੜੇ ਜਗਤ ਦੇ ਸਾਈਂ ਨੇ, ਰਾਮਚੰਦ ਸ੍ਰੀ ਪ੍ਰਭ ਅਵਤਾਰਾ, ਦਾਇ ਤਨ ਕੋ ਕੁਲ ਜਾਏ ਸੰਗਾਰਾ। ਕਿ ਜਿੱਥੇ ਰਾਮਚੰਦਰ ਦੀ ਵੰਸ਼ ਰਹਿੰਦੀ ਸੀ, ਜਿੱਥੇ ਰਾਮਚੰਦਰ ਦਾ ਅਵਤਾਰ ਹੋਇਆ ਸੀ, ਤੇ ਉਸ ਅਵਤਾਰ ਦੀ ਕੁਲ ਨੂੰ ਜਿਸਨੇ ਨਾਸ਼ ਕੀਤਾ ਸੀ। ਲੰਕਾ ਹੁਤੀ ਉਦਤ ਕੇ ਮਾਹੀ, ਮਾਰਗ ਜਾਣਤਾ ਕੋ ਨਾਈ। ਉਸ ਸਥਾਨ ਤੇ ਇੱਕ ਬਹੁਤ ਤਗੜੀ ਲੰਕਾ ਸੀ, ਜਿਹੜੀ ਸੋਨੇ ਦੀ ਬਣੀ ਹੋਈ ਸੀ, ਤੇ ਜਿਹਦੇ ਵਿੱਚ ਐਂਟਰ ਕਰਨ ਲਈ ਕੋਈ ਵੀ ਰਸਤਾ ਜਿਹੜਾ ਉਹ ਨਹੀਂ ਸੀ ਹੈ। ਗਿਰਤ ਰਾਏ ਤੈ ਸੀਤ ਬੰਦਾਵਾ, ਸਭ ਕਪ ਕਟਕ ਪਾਰ ਸੋ ਲੰਗਾਵਾ। ਉਲਟਾ ਕੀ ਸੀ, ਉੱਥੇ ਇੱਕ ਪੁਲ ਬਣਿਆ ਹੋਇਆ ਸੀ, ਜਿਹਦੇ ਰਾਹੀਂ ਕੀ ਸੀ ਕਿ ਬਾਂਦਰਾਂ ਦੀ ਜਿਹੜੀ ਸਾਰੀ ਸੈਨਾ ਸੀ, ਉਹ ਉਸ ਲੰਕਾ ਦੇ ਵਿੱਚ ਦਾਖਲ ਕਰਵਾਉਣ ਲਈ ਉਸ ਪੁਲ ਦੇ ਉੱਪਰੋਂ ਚੱਲ ਕੇ ਗਈ ਸੀ। ਹੈ ਅਵਲੋਕਨ ਲਾਲਸ ਮੋਹੀ, ਕਿਰਪਾ ਧਾਰ ਦਿਖਾਵੋ ਓਈ। ਹੁਣ ਬਾਲਾ ਕਹਿਣ ਲੱਗਾ ਹੈ ਕਿ ਗੁਰੂ ਜੀ, ਅੱਗੇ ਤਾਂ ਭਾਈ ਮਰਦਾਨਾ ਜੀ ਤੁਹਾਨੂੰ ਕਹਿੰਦਾ ਸੀ ਕਿ ਮੇਰੇ ਮਨ ਦੇ ਵਿੱਚ ਇੱਛਾ ਹੈ, ਪਰ ਹੁਣ ਮੇਰੇ ਮਨ ਦੇ ਵਿੱਚ ਇੱਛਾ ਹੈ ਕਿ ਮੈਨੂੰ ਉਹ ਪੁਲ ਤੁਸੀਂ ਦਿਖਾ ਕਰਕੇ ਲਿਆਓ, ਜਿਹਦੇ ਤੇ ਬੰਤਰਾਂ ਦੀ ਜਿਹੜੀ ਸੈਨਾ ਸੀ ਉਹ ਪਾਰ ਕਰਕੇ ਲੰਕਾ ਨੂੰ ਦੇਖਣ ਲਈ ਗਈ ਸੀ। ਇਹ ਭਾਈ ਬਾਲਾ ਜੀ ਨੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਅਰਜ਼ ਕੀਤੀ ਹੈ। ਸੁਣ ਕੇ ਬੋਲੇ ਪਰਮ ਕਿਰਪਾਲਾ, ਤੁਮਰਾ ਕਹਿਓ ਕਰੋ ਬਾਲਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਾਥੀ ਦਾ ਕਹਿਆ ਮੋੜਨ ਤੋਂ ਬਿਨਾਂ ਇੱਕ ਗੱਲ ਕਹੀ ਹੈ ਕਿ ਬਾਲਿਆ, ਜਿਹੜੀ ਵੀ ਤੇਰੇ ਮਨ ਦੀ ਇੱਛਾ ਹੈ, ਮੈਂ ਉਹ ਤੇਰੇ ਮਨ ਦੀ ਇੱਛਾ ਮੋੜਾਂਗਾ ਨਹੀਂ, ਉਹਨੂੰ ਪੂਰਾ ਕਰਾਂਗਾ। ਬਿਦਾ ਪਏ ਤਿਨ ਤੇ ਬਰਿਆਈ, ਤਤ ਛਿਨ ਗਮਨ ਕੀਨ ਗਤ ਦਾਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੋਂ ਚੱਲ ਪਏ ਨੇ, ਤੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਸਫ਼ਰ ਕਰ ਰਹੇ ਹਨ। ਤੂਰਨ ਪਹੁੰਚੇ ਸਾਰੰਗ ਤੀਰੰ, ਬੈਠ ਗਏ ਤੈ ਗੁਣ ਗਹੀਰੰ। ਹੁਣ ਪਤਾ ਹੀ ਨਹੀਂ ਲੱਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਕਦੋਂ ਉਸ ਸਮੁੰਦਰ ਦੇ ਕੰਢੇ ਪਹੁੰਚ ਗਏ ਨੇ, ਜਿੱਥੇ ਉਹ ਲੰਕਾ ਦਾ ਪੁਲ ਬਣਿਆ ਹੋਇਆ ਹੈ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਜਾ ਕਰਕੇ ਬੈਠ ਗਏ ਨੇ, ਤੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨੇੜੇ ਬੈਠੇ ਹੋਏ ਹਨ। ਬਿਦਾ ਭਏ ਤਿਨ ਤੇ ਬਦਵਾਇਓ,
ਏਕ ਲਿੰਗ ਸ਼ਿਵ ਤਾ ਸੁਹਾਇਓ। ਹੁਣ ਜਿਸ ਅਸਥਾਨ ਤੇ ਰਾਮਚੰਦਰ ਜੀ ਨੇ ਇਹ ਪੁਲ ਬਣਵਾਇਆ ਸੀ, ਉਸ ਪੁਲ ਦੇ ਨਾਲ ਨਾਲ ਸਾਧ ਸੰਗਤ ਜੀ ਇੱਕ ਜਿਹੜੀ ਸ਼ਿਵਲਿੰਗ ਹੈ ਉਹ ਵੀ ਦਿਖਾਈ ਦੇ ਰਹੀ ਹੈ। ਤੇਹ ਬਿਲੋਕ ਬੋਲਿਓ ਮਰਦਾਨਾ, ਕਿਸ ਪ੍ਰਕਾਰ ਸ਼ਿਵਲਿੰਗ ਸਥਾਨਾ। ਤੇ ਸਾਧ ਸੰਗਤ ਜੀ ਮਰਦਾਨੇ ਦੀ ਆਦਤ ਹੈ, ਮਰਦਾਨਾ ਜਦੋਂ ਵੀ ਕੋਈ ਗੱਲ ਤੱਕਦਾ ਹੈ ਉਹਦੇ ਪਾਸੋਂ ਰਿਹਾ ਨਹੀਂ ਜਾਂਦਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ ਹੈ ਕਿ ਗੁਰੂ ਜੀ ਆਏ ਤਾਂ ਅਸੀਂ ਪੁੱਲ ਦੇਖਣ ਹਾਂ, ਇੱਛਾ ਤਾਂ ਪੁੱਲ ਦੇਖਣ ਦੀ ਸੀ, ਪਰ ਆ ਜਿਹੜਾ ਸ਼ਿਵਲਿੰਗ ਹੈ ਇਹ ਇਸ ਅਸਥਾਨ ਤੇ ਕਿਸ ਤਰ੍ਹਾਂ ਆਇਆ ਹੈ। ਕਹਿਨੇ ਇਹ ਅਸਥਾਪਨ ਕੀਨੋ, ਮਹਾ ਮਹਾਤਮ ਪੂਜਨ ਦੀਨੋ। ਤੇ ਇਹ ਜਿਹੜਾ ਸ਼ਿਵਲਿੰਗ ਹੈ ਇਸ ਅਸਥਾਨ ਤੇ ਕਿਹਨੇ ਸਥਾਪਿਤ ਕੀਤਾ ਏ, ਤੇ ਇਹਦੀ ਜਿਹੜੀ ਵੱਡੀ ਮਹਾਤਮਾ ਕਿਉਂ ਮੰਨੀ ਜਾਂਦੀ ਹੈ। ਦੋਹਰਾ ਸ਼੍ਰੀ ਨਾਨਕ ਬੋਲੇ ਬਚਨ, ਸੁਨ ਮਰਦਾਨੇ ਗਾਥ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਹਿਲਾਂ ਮਰਦਾਨੇ ਦੀ ਗੱਲ ਸੁਣੀ ਹੈ, ਤੇ ਮਰਦਾਨੇ ਦੀ ਸਾਰੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ, ਮਰਦਾਨਿਆ ਇਹ ਸਾਰੀ ਜਿਹੜੀ ਕਥਾ ਤੂੰ ਪੁੱਛ ਰਿਹਾ ਹੈ ਨਾ, ਇਹਨੂੰ ਹੁਣ ਸੁਣਨਾ ਕਰ। ਰਾਮਚੰਦਰ ਆਏ ਇਹਾਂ, ਬਾਂਦਰ ਦਲ ਲੈ ਸਾਥ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿ ਰਹੇ ਨੇ ਕਿ ਮਰਦਾਨਿਆ ਰਾਮਚੰਦਰ ਅਵਤਾਰ ਹੋਏ ਨੇ, ਜਿਹੜੇ ਬੰਤਰਾਂ ਦੀ ਵੱਡੀ ਸੈਨਾ ਨੂੰ ਲੈ ਕੇ ਇਸ ਅਸਥਾਨ ਤੇ ਆਏ ਸਨ। ਚਾਉ ਪਈ ਉਦਦ ਬਿਲੋ ਕਤਰ ਦਾ ਬਚਾਰਾ, ਇਸਕੇ ਜਾਵੇ ਕਿਤ ਬਿਦ ਪਾਰਾ। ਹੁਣ ਜਦੋਂ ਉਹ ਸੈਨਾ ਲੈ ਕੇ ਆਏ ਨੇ ਤੇ ਸਾਰੇ ਬੰਤਰਾਂ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਇਹ ਜਿਹੜਾ ਵਿਸ਼ਾਲ ਸਮੁੰਦਰ ਦਿਖ ਰਿਹਾ ਹੈ, ਇਹਦੇ ਵਿੱਚ ਜਿਹੜੀ ਸਮੁੰਦਰ ਹੈ, ਸਮੁੰਦਰ ਦੇ ਵਿੱਚ ਜਿਹੜੀ ਲੰਕਾ ਬਣੀ ਹੋਈ, ਇਸ ਨੂੰ ਪਾਰ ਕਿਸ ਤਰ੍ਹਾਂ ਕੀਤਾ ਜਾਵੇ, ਕਿਹੜੀ ਵਿਧ ਹੋਵੇਗੀ ਜਿਹਦੇ ਨਾਲ ਅਸੀਂ ਲੰਕਾ ਦੇ ਵਿੱਚ ਦਾਖਲ ਹੋ ਸਕੀਏ। ਸਭ ਮਿਲ ਕਹਿਓ ਬੰਦਾ ਵਹੁ ਸੇਤਾ, ਮਾਨ ਲੀਨ ਅਸ ਰਗ ਕੁਲ ਕੀਤਾ। ਤੇ ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਹੈ ਕਿ ਕਿਉਂ ਨਾ ਇੱਕ ਪੁੱਲ ਜਿਹੜਾ ਇਸ ਸਮੁੰਦਰ ਦੇ ਵਿੱਚ ਉਸਾਰਿਆ ਜਾਵੇ। ਤੇ ਸਾਧ ਸੰਗਤ ਜੀ ਹੁਣ ਸਾਰਿਆਂ ਨੇ ਜਦੋਂ ਇਹ ਗੱਲ ਕੀਤੀ ਹੈ ਤੇ ਰਘੂਵੰਸ਼ ਕੁਲ ਦੇ ਜਿਹੜੇ ਨਿਸ਼ਾਨ ਰਾਮਚੰਦਰ ਜੀ, ਉਹਨਾਂ ਨੇ ਇਹ ਸਾਰੀ ਗੱਲ ਉਹਨਾਂ ਬੰਤਰਾਂ ਦੀ ਮੰਨਣੀ ਕੀਤੀ ਹੈ। ਪ੍ਰਥਮੇ ਸ਼ਿਵ ਕੀ ਪੂਜਾ ਕੀਨੀ, ਪੁਲ ਬਾਂਧਨ ਪੁਨ ਆਇਸ ਦੀਨੀ। ਤੇ ਰਾਮਚੰਦਰ ਜੀ ਨੇ ਹੁਕਮ ਕੀਤਾ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਸ਼ਿਵ ਦੀ ਉਪਾਸਨਾ ਕਰਨੀ ਕਰੋ, ਤੇ ਬਾਅਦ ਵਿੱਚ ਤੁਸੀਂ ਇਸ ਪੁਲ ਦੀ ਉਸਾਰੀ ਜਿਹੜੀ ਆਰੰਭ ਕਰਨੀ ਹੈ। ਕਾਜ ਕਰਨ ਤੇ ਜਾਉਣ ਅਗਾਰੇ, ਗੁਰ ਪੂਜੈ ਹੋਇ ਪੁਰਖ ਸੁਖਾਰੇ। ਤੇ ਰਾਮਚੰਦਰ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਸੀ, ਮਰਦਾਨਿਆ ਕਿ ਜਿਹੜਾ ਵੀ ਸਭ ਤੋਂ ਪਹਿਲਾਂ ਕੋਈ ਕੰਮ ਆਰੰਭਣ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਪੂਜਦਾ ਏ, ਆਪਣੇ ਗੁਰੂ ਦੀ ਸੇਵਾ ਕਰਦਾ ਹੈ, ਜਾਂ ਮਨ ਦੇ ਵਿੱਚ ਉਹਨੂੰ ਚਿਤਾਰ ਕਰਕੇ ਕਾਰਜ ਆਰੰਭ ਕਰਦਾ ਏ, ਤੇ ਗੁਰੂ ਉਹਦੇ ਤੇ ਪ੍ਰਸੰਨ ਹੋ ਕੇ ਉਸ ਕਾਰਜ ਨੂੰ ਜਲਦੀ ਹੀ ਨੇਪਰੇ ਚਾੜ ਦਿੰਦਾ। ਤਬ ਕੋ ਇਹ ਸ਼ਿਵਲਿੰਗ ਸੁਹਾਵਾ, ਰਘੁਬਰ ਕੀਨ ਸਥਾਵਨ ਪਾਵਾ। ਤੇ ਉਸ ਵੇਲੇ ਤੋਂ ਮਰਦਾਨਿਆ ਇਹ ਜਿਹੜੀ ਸ਼ਿਵਲਿੰਗ ਹੈ, ਇਸ ਅਸਥਾਨ ਤੇ ਰਾਮਚੰਦਰ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਇਸ ਅਸਥਾਨ ਤੇ ਰਖਵਾਈ ਹੋਈ ਹੈ।
पाहन पर लिख कर निज रामो, सीत बादली नो अब रामो। ते रामचंद्र जी ने पत्थरां ते अपना नाम राम लिख करके ते जल्दी ही इस पुल दी जिहड़ी उसारी सी ओ करवा लई। मरदाना कह पासन देहु, क्यों रघुबीर कृत एहू। और मर्दाने ने दूसरा सवाल फिर किया है, कह लगा कि गुरु जी इस रामचंद्र नूं ਇਹ ਕਰਨ ਦੀ ਲੋੜ ਕਿਉਂ ਪਈ? ਇਹ ਕਾਰਨ ਕੀ ਸੀ ਜਿਹਦੇ ਕਾਰਨ ਇਸ ਸਮੁੰਦਰ ਦੇ ਵਿੱਚ ਇਹਨਾਂ ਨੇ ਪੁਲ ਦੀ ਜਿਹੜੀ ਉਸਾਰੀ ਉਹ ਕਰਵਾਉਣੀ ਕੀਤੀ ਹੈ। ਸਰਬ ਭਾਂਤ ਸਮਰੱਥ ਗੁਸਾਈ, ਆਪ ਹੁਤੇ ਠਾਡੇ ਜੈ ਥਾਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ कि सारिया शक्तियां दे मालक सन, जिथे भी वो खड़े हो जाते सन उथे ही समझ लो कि उन्हां दी जिहड़ी पूजा वो शुरू हो जाती सी। क्यों तै शिव अब खेकन कीना, इस संशय मुझ ए पर बीना। ते मर्दाना जी कहन लगे ने कि जे वो आप इन्ने समर्थ सन, जेकर आप उन्हां दे विच इन्नी समर्था सी, फिर उन्हां ने शिव दी जिहड़ी उपासना है वो क्यों करनी कीती है। आपनो लिख कर नाम बहोरी, तारे पाहन राखे जोरी। ते आ जिहड़े पत्थर ने इन्हां ते अपना नाम लिख करके क्यों पानी दे विच रोड़ दिते सन। इस प्रकार क्यों कीन प्रयासा, और संसे द्वैदेहो बिनासा। ते कहन लगे ने कि गुरु जी इस तरह के जतन क्यों किए गए सन, इस तरह राम जी वालों क्यों किया गया सी। ये जेड़े मेरे मन दे विच शंके ने, तुसी कृपा करके इन्हां दी निवृत्ति करना करो। होए बलहीन इयों बन आए, अपर अलंब पाए कर जाई। ते मर्दाना कहन लगा कि गुरु जी जे आप बंदा बलहीन होवे, जेकर अपने कोल मनुख दे पास ताकत होवे ते ओ कदी भी किसी दा आसरा नहीं तकदा। ते ये जिहड़े लोग सन इन्हां ने शिव उत्थे क्यों टिकाउणा कीता है ते पत्थरां ते राम क्यों लिखना कीता सी, इहदी शंका जिहड़ी ओ निवृत्त करनी करो। सुन कर कृपा निदान बखाना, उत्तर सुनहो कान मृदाना। हुण कृपा दे घर बेदी कुल दे दीपक धन गुरु नानक देव जी महाराज जी ने मर्दाने नूं आख्या है कि मर्दानिया अपने कन्ना दे नाल जिहड़ा ये उत्तर है वो ध्यान ला के सुनना कर। भगत नाम की भगत वडियाई, सुर नर सब में आप रखाई। कहन लगे ने कि ये जेड़े परमात्मा दे भगत ने इन्हां दी वडियाई बहुत वड्डी हुंदी है। इन्हां दी महिमा नूं मर्दानिया बयान नहीं कीता जा सकदा। परमात्मा इन्हां दे विच आप वरतदा है, क्योंकि साध संगत जी आपां बचन पढ़दे आ ना कि भगता की चाल निराली, चाला निराली, भगता केरी बेखम मार्ग चलना। लब लोभ अहंकार तज तृष्णा, बहुत नाही बोलना, खन्यो तिखी वालो निकीत मार्ग जाना। गुर प्रसाद जिनी आप तजरा वासना समानी, कहे नानक चाल भगता जुग हो जुग निराली। ये गल भाई मर्दाना जी नूं गुरु नानक देव जी महाराज जी ने समझाउणी कीती है। सब भगतन मैं शंभु महाना,
ਆਠੋ ਜਾਮ ਧਰੇ ਔਰ ਧਿਆਨਾ। ਤੇ ਕਹਿਣ ਲੱਗੇ ਨੇ ਕਿ ਮਰਦਾਨਿਆ, ਜਿੰਨੇ ਵੀ ਦੇਵੀ ਦੇਵਤੇ ਹੋਏ ਨੇ ਜਾਂ ਜਿੰਨੇ ਵੀ ਭਗਤ ਹੋਏ ਨੇ, ਇਹਨਾਂ ਸਾਰਿਆਂ ਭਗਤਾਂ ਦੇ ਵਿੱਚੋਂ ਜਿਹੜਾ ਸ਼ਿਵ ਹੈ ਉਹਨੂੰ ਸਾਰਿਆਂ ਤੋਂ ਜਿਹੜਾ ਉਤਮ ਹੈ ਉਹ ਮੰਨਿਆ ਜਾਂਦਾ ਏ। ਤੇ ਸਾਰੇ ਉਹਦਾ ਜਿਹੜਾ ਧਿਆਨ ਉਹ ਮਨ ਦੇ ਵਿੱਚ ਧਰਦੇ ਹਨ। ਵਿਛਨ ਸਤੋ ਗੁਣ ਉਜਲ ਗੰਗਾ, ਕਰਤ ਧਿਆਨ ਸਿਤ ਪਾਸਰ ਬੰਗਾ। ਤੇ ਜਿਹੜਾ ਵਿਸ਼ਨੂੰ ਹੈ ਉਹ ਆਪਣੇ ਸਤੋ ਗੁਣ ਦੇ ਹੋਣ ਕਾਰਨ ਚਿੱਟਾ ਸੀ, ਜਿਸ ਕਰਕੇ ਉਸ ਵਿਸ਼ਨੂੰ ਦਾ ਰੰਗ ਸਫੇਦ ਸੀ, ਜਿਸ ਕਾਰਨ ਕੀ ਹੈ ਲੋਕ ਚਿੱਟੇ ਹੋਣ ਕਰਕੇ ਉਹਦਾ ਧਿਆਨ ਆਪਣੀ ਜਿਹੜੀ ਦ੍ਰਿਸ਼ਟ ਬੁੱਧੀ ਉਹਦੇ ਵਿੱਚ ਧਰਦੇ ਹਨ। ਤਾਮ ਗੁਣ ਸ਼ਾਮ ਸੋ ਸ਼ਿਵ ਬਖਿਆਤੀ, ਵਿਸ਼ਨ ਧਿਆਨ ਕਰਹੀ ਦਿਨ ਰਾਤੀ। ਤੇ ਜਿਹੜਾ ਤਮੋ ਗੁਣ ਵਾਲਾ ਵਿਅਕਤੀ ਹੈ ਉਹ ਹਮੇਸ਼ਾ ਰੰਗ ਦੇ ਕਰਕੇ ਕਾਲਾ ਹੁੰਦਾ ਹੈ, ਜਿਹਦੇ ਕਾਰਨ ਕੀ ਹੈ ਕਿ ਸ਼ਿਵ ਦਾ ਰੰਗ ਜਿਹੜਾ ਉਹ ਕਾਲਾ ਹੈ, ਜਿਸ ਕਾਰਨ ਇਹ ਸ਼ਿਵਲਿੰਗ ਜਿਹੜਾ ਪ੍ਰਸਿੱਧ ਹੈ। ਇਨ ਮੈਂ ਭੇਦ ਨ ਰੰਚਕ ਜਾਨੋ, ਦਵਾਇ ਸਰੂਪ ਇਕ ਜੋਤ ਪਛਾਨੋ। ਤੇ ਕਹਿਣ ਲੱਗੇ ਨੇ ਕਿ ਮਰਦਾਨਿਆ, ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਾ ਜਾਣਨਾ ਕਰ। ਇਹ ਦੋਵੇਂ ਜਿਹੜੇ ਰੂਪ ਨੇ ਇਹ ਇੱਕ ਜੋਤ ਸਰੂਪ ਹਨ। ਆਬ ਸੁਨ ਨਾਮ ਲਿਖਿਓ ਜੋ ਕਹੋ, ਤੇਰੇ ਉਰ ਕਾ ਸੰਸਾਦ ਹੋ। ਤੇ ਹੁਣ ਤੂੰ ਜਿਹੜੀ ਗੱਲ ਕੀਤੀ ਹੈ ਪੱਥਰਾਂ ਦੇ ਨਾਮ ਲਿਖਣ ਦੀ, ਉਹ ਵੀ ਜਿਹੜਾ ਤੇਰੇ ਮਨ ਦੇ ਵਿੱਚ ਸੰਸਾ ਏ, ਉਹ ਵੀ ਤੇਰਾ ਜਿਹੜਾ ਮਨ ਦਾ ਸੰਕਾ ਉਹ ਵੀ ਮੈਂ ਮਿਟਾਉਣਾ ਕਰਾਂ। ਰੂਪ ਦੇਖ ਉਦਰੇ ਹੈ ਥੋਰੇ, ਜਪਤ ਨਾਮ ਕੋ ਤਰੇ ਕਰੋ ਰੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਮਝਾਉਣ ਦਾ ਢੰਗ ਵੀ ਆਪਣਾ ਸੀ। ਉਹ ਕਹਿਣ ਲੱਗੇ ਨੇ ਕਿ ਜਿਹੜਾ ਸ਼ਕਲਾਂ ਸੂਰਤਾਂ ਨੂੰ ਮਨ ਦੇ ਵਿੱਚ ਧਿਆਨ ਧਰਦਾ ਏ, ਜਿਹੜਾ ਕਿਸੇ ਦੀ ਸ਼ਕਲ ਸੂਰਤ ਤੇ ਡੁੱਲਦਾ ਏ, ਉਹ ਕਦੀ ਵੀ ਇਸ ਸੰਸਾਰ ਤੋਂ ਪਾਰ ਨਹੀਂ ਹੋਇਆ। ਤੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਲੈ ਕਰਕੇ ਹਿਰਦੇ ਦੇ ਵਿੱਚ ਧਿਆਨ ਧਰਦਾ ਏ, ਉਹ ਹਮੇਸ਼ਾ ਇਸ ਸੰਸਾਰ ਦਾ ਜਿਹੜਾ ਜਗਤ ਹੈ ਉਹਦੇ ਵਿੱਚੋਂ ਤਰ ਜਾਂਦਾ। ਨਾਮੀ ਤੇ ਹੈ ਨਾਮ ਬੜਾਈ, ਮਹਿਮਾ ਆਪੈ ਰਾਮ ਲਿਖਾਈ। ਤੇ ਕਹਿਣ ਲੱਗੇ ਨੇ ਕਿ ਜਿਹੜਾ ਨਾਮ ਹੁੰਦਾ ਹੈ, ਨਾਮ ਲੈਣ ਵਾਲੇ ਤੋਂ ਨਾਮ ਜਪਣ ਵਾਲਾ ਵੱਡਾ ਹੁੰਦਾ ਏ। ਤੇ ਇਸ ਨਾਮ ਦੀ ਮਹਿਮਾ ਰਾਮ ਜੀ ਨੇ ਆਪ ਪ੍ਰਗਟ ਕੀਤੀ ਸੀ, ਭਾਵ ਕਿ ਇਹ ਜਿਹੜਾ ਸਾਰਾ ਖੇਡ ਸੀ ਇਹ ਰਾਮ ਜੀ ਨੇ ਆਪ ਹੀ ਰਚਾਉਣਾ ਕੀਤਾ। ਬਾਦ ਸੇਤ ਪੁਨ ਕੀਨ ਪਿਆਨਾ, ਹਨੇ ਦੈਤ ਜਿਨ ਮਨ ਅਭਿਮਾਨਾ। ਇਸ ਤਰ੍ਹਾਂ ਮਰਦਾਨਿਆਂ ਉਹਨਾਂ ਨੇ ਪੁਲ ਬੰਨਣਾ ਸ਼ੁਰੂ ਕੀਤਾ ਹੈ। ਪੁਲ ਬਣਦਿਆਂ ਸਾਰ ਸਮੁੰਦਰ ਦੇ ਵਿੱਚ ਜਿਹੜੇ ਚਾਲੇ ਉਹ ਪਾਉਣੇ ਕੀਤੇ ਹਨ। ਤੇ ਜਿਹੜੇ ਦੈਂਤਾਂ ਦੇ ਮਨਾਂ ਅੰਦਰ ਹੰਕਾਰ ਸੀ, ਉਹ ਸਾਰੇ ਦੈਂਤ ਇਹਨਾਂ ਨੇ ਮਾਰ ਮੁਕਾਏ ਹਨ। ਸਰਬ ਪ੍ਰਸੰਗ ਸੁਨਾਵੋ ਮੋਹੀ, ਰਾਵਰ ਤੇ ਕੁਛ ਗੁਪਤ ਨ ਹੋਈ। ਹੁਣ ਮਰਦਾਨਾ ਕਹਿਣ ਲੱਗਾ ਏ ਕਿ ਇਹਨਾਂ ਦੈਂਤਾਂ ਦਾ ਸੰਘਾਰ ਕਿਉਂ ਕੀਤਾ ਗਿਆ ਸੀ। ਤੁਸੀਂ ਤਾਂ ਜਾਣਨਹਾਰ ਹੋ, ਤੁਸੀਂ ਤਾਂ ਅੰਤਰਜਾਮੀ ਹੋ, ਤੇ ਕਿਰਪਾ ਕਰਕੇ ਹੁਣ ਜਿਹੜੀ ਇਹ ਸਾਰੀ ਕਥਾ ਹੈ ਵੀ ਮੈਨੂੰ ਸਰਵਣ ਕਰਵਾਉਣਾ ਕਰੋ। ਸੁਨ ਕੈ ਬੋਲੇ ਪਰਮ ਪ੍ਰਬੀਨਾ, ਇਕ ਦਸਰਥ ਨਿਰਭਉ ਤੋ ਕੁਲੀਨਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਦੀ ਨਿਵਰਤੀ ਕਰਨ ਲਈ ਬੋਲੇ ਨੇ ਕਿ ਇੱਕ ਦਸ਼ਰਥ ਰਾਜਾ ਹੋਇਆ ਏ,
ਜਿਹਦੀ ਕੁਲ ਬਹੁਤ ਮਹਾਨ ਸੀ, ਜਿਹਦੀ ਬਹੁਤ ਤਗੜੀ ਕੁਲ ਸੀ, ਤੇ ਉਸ ਰਾਜੇ ਦਾ ਕੁਲ ਦੇ ਵਿੱਚ ਬਹੁਤ ਜ਼ਿਆਦਾ ਰਾਜ ਸੀ। ਤ੍ਰੈ ਰਾਨੀ ਤੇ ਲੀਨ ਵਿਵਾਹੀ, ਕੌਸ਼ਲਿਆ ਕਹਿ ਕੇ ਆਈ। ਤੇ ਉਸ ਰਾਜੇ ਨੇ ਜਿਹੜੇ 3 ਵਿਆਹ ਕਰਵਾਏ ਹੋਏ ਸਨ, ਇੱਕ ਤੇ ਕੌਸ਼ਲਿਆ ਸੀ, ਇੱਕ ਜਿਹੜੀ ਕਈ ਇਹ ਉਹਦੇ ਕੋਲ ਪਹਿਲਾਂ ਹੀ ਸਨ। ਬਹੁਰ ਸੁਮਿਤਰਾ ਜਨਹੁ ਨਾਰੀ, 3 ਤੇ ਜਨਮਤ ਬੇਸੁੱਧ ਭਾਰੀ। ਫਿਰ ਜਿਹੜੀ ਉਹਦੀ ਤੀਸਰੀ ਰਾਣੀ ਹੈ ਸੁਮਿਤਰਾ, ਉਹਦੀ ਕੁੱਖ ਦੇ ਵਿੱਚੋਂ ਜਿਹੜਾ ਬਹੁਤ ਭਾਰੀ ਜਿਹੜਾ ਪੁੱਤਰ ਹੈ ਉਹ ਜਨਮਿਆ ਹੈ। ਜੀਸ਼ਟ ਕੁਸ਼ਲਿਆ ਤੇ ਰਾਮੋ, ਕਿ ਕਈ ਕੇਰ ਭਰਤ ਭਾਨਾਮੋ। ਤੇ ਕੌਸ਼ਲਿਆ ਦਾ ਸਭ ਤੋਂ ਵੱਡਾ ਪੁੱਤਰ ਰਾਮ ਹੋਇਆ ਹੈ, ਤੇ ਜਿਹੜੀ ਕਈ ਹੈ ਇਹਦੇ ਪੁੱਤਰ ਦਾ ਨਾਮ ਭਰਤ ਸੀ। ਲਛਮਨ ਬੌਰ ਸ਼ਤਰੁਘਨ ਜੋ, ਜਣੇ ਸਮੁਤਰਾ ਨੰਦਨ ਦੋ। ਤੇ ਜਿਹੜੀ ਸੁਮਿਤਰਾ ਰਾਣੀ ਸੀ, ਤੀਸਰੀ ਰਾਣੀ, ਉਸ ਰਾਣੀ ਨੇ ਇੱਕ ਤਾਂ ਲਛਮਨ ਨੂੰ ਜਨਮ ਦਿੱਤਾ ਸੀ, ਤੇ ਇੱਕ ਜਿਹੜੇ ਉਹਦੇ ਪੁੱਤਰ ਦਾ ਨਾਮ ਸ਼ਤਰੁਘਨ ਸੀ। ਕਾਮ ਸਮਾਨ ਰੂਪ ਜਿਨ ਕੇਰੇ, ਖੇਲਤ ਹੋਤ ਸਰੀਰ ਬਡੇਰੇ। ਤੇ ਜਿਨ੍ਹਾਂ ਦੇ ਸਰੀਰ ਬਹੁਤ ਸੁੰਦਰ ਸਨ, ਤੇ ਪਤਾ ਹੀ ਨਹੀਂ ਲੱਗਾ ਕਿ ਕਦੋਂ ਹੱਸਦੇ ਖੇਡਦੇ ਹੋਏ ਉਹ ਲਛਮਨ ਤੇ ਜਿਹੜੇ ਸ਼ਤਰੁਘਨ 2 ਭਰਾ ਸਨ, ਉਹ ਆਪਣੀਆਂ ਮਹਿਲਾਂ ਦੀਆਂ 4 ਦੀਵਾਰੀਆਂ ਦੇ ਅੰਦਰ ਵੱਡੇ ਹੋ ਗਏ। ਵਿਸ਼ਵਾਮਿਤਰ ਤੋ ਮੁਨ ਰਾਈ, ਜਗ ਕਰਨ ਤਿਨ ਸੌਜ ਬਣਾਈ। ਤੇ ਇਹਨਾਂ ਦਾ ਜਿਹੜਾ ਰਿਖੀ ਹੈ ਉਹਦਾ ਨਾਮ ਵਿਸ਼ਵਾਮਿਤਰ ਸੀ, ਜਿਹਨੇ ਹੁਣ ਸਾਰੇ ਜਗ ਦੀ ਤਿਆਰੀ ਕਰਨ ਲਈ ਇਹਨਾਂ ਦੇ ਪਾਸੋਂ ਸਾਰੀ ਸਮਗਰੀ ਮੰਗਵਾਈ ਹੈ। ਬਿਗਨ ਕੀਨ ਤਬ ਦੈਤਨ ਆਈ, ਮਖ ਕਰਨੇ ਤੇ ਦੀਨ ਹਟਾਈ। ਤੇ ਉਦੋਂ ਇਹਨਾਂ ਦੇ ਦੈਂਤ ਜਿਹੜੇ ਆਏ ਨੇ, ਜਿਨ੍ਹਾਂ ਨੇ ਯੱਗ ਕਰਨ ਦੇ ਵਿੱਚ ਵਿਘਨ ਪਾਇਆ ਹੈ, ਭਾਵ ਕਿ ਇਸ ਜੱਗ ਕਰਨ ਨੂੰ ਰੋਕਿਆ ਹੈ। ਬੈਠ ਮੁਨੀਸ਼ੁਰ ਕੀਨੋ ਧਿਆਨਾ, ਜਗਤ ਸਰਬ ਬਿਰਤੰਤ ਪਛਾਨਾ। ਉਸ ਸਮੇਂ ਫਿਰ ਇੱਕ ਰਿਸ਼ੀ ਹੈ ਜਿਹਦਾ ਨਾਮ ਵਿਸ਼ਵਾਮਿਤਰ ਹੈ, ਉਹਨੇ ਸਾਧ ਸੰਗਤ ਜੀ ਬੈਠ ਕਰਕੇ ਧਿਆਨ ਲਗਾਇਆ ਏ, ਤੇ ਸਾਰੇ ਜਗਤ ਦਾ ਜਿਹੜਾ ਹਾਲ ਉਹਨੇ ਸਮਝਿਆ ਏ। ਰਾਵਣ ਤੇ ਦੇਵਨ ਦੁਖ ਪਾਈ, ਗਏ ਅਕਾਲ ਪੁਰਖ ਸ਼ਰਨਾਈ। ਤੇ ਧਿਆਨ ਕੀ ਧਰਿਆ ਕਿ ਜਿਹੜਾ ਰਾਵਣ ਹੈ, ਜਿਹਦੇ ਕੋਲ ਇੱਕ ਚੰਗੀ ਲੰਕਾ ਏ, ਜਿਹਦੇ ਪਾਸ ਸੂਰਜ ਤੇ ਜਿਹੜੇ ਚੰਦ ਨੇ ਉਹਦੀ ਰਸੋਈ ਕਰਦੇ ਨੇ, ਇਹ ਸਾਰੇ ਉਹਦੀ ਰਸੋਈ ਦੇ ਵਿੱਚ ਕੰਮ ਕਾਜ ਕਰਦੇ ਨੇ। ਹੁਣ ਉਹਨੇ ਧਿਆਨ ਧਰਿਆ ਏ ਕਿ ਇਹ ਰਾਵਣ ਦੇ ਕੋਲੋਂ ਦੇਵਤਿਆਂ ਨੇ ਦੁੱਖ ਪ੍ਰਾਪਤ ਕੀਤਾ ਏ, ਤੇ ਜਿਹੜੇ ਦੇਵਤੇ ਨੇ ਉਹ ਹੁਣ ਆਪਣੇ ਜਿਹੜੇ ਤਰਲੇ ਪਾਉਣ ਲਈ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਗਏ ਹਨ। ਭਾਕ ਪ੍ਰਸ਼ੰਸਾ ਬਿਨਤੀ ਕੀਨੀ, ਸ਼੍ਰੀ ਕਰਤਾਰ ਸਰਬ ਜਬ ਚੀਨੀ। ਹੁਣ ਪ੍ਰਭੂ ਦੀ ਵਡਿਆਈ ਕਰਦੇ ਹੋਏ ਇਹ ਸਾਰੇ ਜਿਹੜੇ ਦੇਵਤੇ ਨੇ, ਉਹਨਾਂ ਨੇ ਜਾ ਕਰਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਬੇਨਤੀ ਕੀਤੀ ਹੈ। ਤੇ ਜਦੋਂ ਸਾਧ ਸੰਗਤ ਜੀ ਬੇਨਤੀ ਕੀਤੀ ਹੈ, ਤੇ ਉਸ ਮੁਨੀ ਨੇ ਇਹ ਸਾਰਾ ਕੁਝ ਜਾਣਿਆ ਹੈ। ਕਰ ਕੈ ਧਿਆਨ ਲਖਿਓ ਅਸ ਜਬਈ, ਆਇਓ ਅਯੁਧਿਆ ਮੁਨ ਵਰ ਤਬਈ।
ਹੁਣ ਜਦੋਂ ਧਿਆਨ ਧਰ ਕੇ ਦੇਖਿਆ ਏ ਤੇ ਉਸ ਵੇਲੇ ਜਿਹੜਾ ਰਿਖੀ ਹੈ ਉਹ ਸਾਧ ਸੰਗੀ ਚਾਟੀ ਅਯੁੱਧਿਆ ਦੇ ਵਿੱਚ ਆਇਆ ਹੈ। ਨਿਰਪਨੈ ਸਨਮਾਨਿਓ ਕਰ ਬੰਦਨ ਕੀਨੋ ਜਾਚਨ ਜਿਸ਼ਟ ਨੰਦਨ। ਹੁਣ ਅਯੁੱਧਿਆ ਦਾ ਜਿਹੜਾ ਰਾਜਾ ਸੀ ਉਹਨੇ ਉਸ ਰਿਖੀ ਦਾ ਸਾਧ ਸੰਗਤ ਜੀ ਸਨਮਾਨ ਕੀਤਾ ਏ ਤੇ ਹੁਣ ਉਹ ਜਿਹੜਾ ਰਾਜਾ ਏ ਉਸ ਰਾਜੇ ਹੁਣ ਉਸ ਰਿਖੀ ਦੇ ਕੋਲੋਂ ਪੁੱਤਰ ਦੀ ਮੰਗ ਜਿਹੜੀ ਉਹ ਕਰਨੀ ਕੀਤੀ ਹੈ। ਲੈ ਨ੍ਰਿਪਤੇ ਰਘੁਬਰ ਬੁਰਿਆਈ ਆਸ਼ਰਮ ਗਵਣਿਓ ਹਰਖ ਬੜਾਈ। ਹੁਣ ਰਾਜੇ ਦੇ ਕੋਲੋਂ ਜੋਰੀ ਜੋਰੀ ਆਗਿਆ ਲੈ ਕੇ ਤੇ ਕੀ ਕੀਤਾ ਕਿ ਉਹ ਜਿਹੜਾ ਰਿਖੀ ਅਯੁੱਧਿਆ ਦੇ ਵਿੱਚ ਆਇਆ ਏ ਉਹ ਰਾਮਚੰਦਰ ਨੂੰ ਨਾਲ ਲੈ ਕੇ ਤੇ ਬਹੁਤ ਖੁਸ਼ੀ ਖੁਸ਼ੀ ਆਪਣੇ ਆਸ਼ਰਮ ਦੇ ਵਿੱਚ ਪਹੁੰਚਿਆ ਹੈ। ਬਿਨ ਫਰ ਸਰ ਮਰਚੀ ਕੈ ਮਾਰਾ ਜਾਏ ਪਰਿਓ ਲੰਕਾ ਕੈ ਦਵਾਰਾ। ਹੁਣ ਰਾਜੇ ਨੇ ਕੀ ਕੀਤਾ ਹੈ, ਜਿਹੜਾ ਰਾਮਚੰਦਰ ਹੈ ਉਹਨੇ ਬਿਨਾ ਨੋਕ ਵਾਲੇ ਤੀਰ ਜਿਹੜੇ ਉਹ ਫੜੇ ਨੇ ਤੇ ਸਾਧ ਸੰਗਤ ਜੀ ਜਿਹੜਾ ਉਹ ਮਰੀਚ ਕੇ ਰਾਜਾ ਹੈ ਨਾ ਉਥੋਂ ਦਾ ਉਹਨੂੰ ਮਾਰਨਾ ਕੀਤਾ ਹੈ। ਹਾਨਿਓ ਸੁਬਾਹੋ ਰਾਮ ਪੁਨ ਤੋਰਨ ਰਿਖੀ ਵਰਗੀ ਨੋ ਮਖ ਸੰਪੂਰਨ। ਤੇ ਜਦੋਂ ਉਸ ਰਾਜੇ ਨੂੰ ਮਾਰ ਕਰਕੇ ਰਾਮਚੰਦਰ ਉੱਥੇ ਪਹੁੰਚਿਆ ਤੇ ਸਾਧ ਸੰਗਤ ਜੀ ਰਾਮਚੰਦਰ ਨੇ ਜਾ ਕਰਕੇ ਇਹ ਸਾਰਾ ਜਿਹੜਾ ਜੱਗ ਹੈ ਉਹਨੂੰ ਸੰਪੂਰਨ ਕਰਵਾਉਣਾ ਕੀਤਾ। ਤਹ ਬੋ ਭੂਪਨ ਭਇਓ ਸਮਾਜਾ ਤਨ ਤੋਰਨ ਕੋ ਸਰਿਓ ਨ ਕਾਜਾ। ਹੁਣ ਉਸ ਸਮੇਂ ਉੱਥੇ ਬਹੁਤ ਰਾਜੇ ਜੁੜੇ ਹੋਏ ਸਨ, ਬਹੁਤ ਰਾਜਿਆਂ ਦਾ ਇਕੱਠ ਸੀ ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲੋਂ ਕੀ ਸੀ, ਇੱਕ ਧਨੁਖ ਜੋੜਨ ਦਾ ਭਾਵ ਕਿ ਇੱਕ ਤੀਰ ਜੋੜਨ ਜਿੰਨਾ ਸਮਾਂ ਵੀ ਨਹੀਂ ਸੀ। ਮਨ ਰਜਾਏ ਤੇ ਉਠੇ ਰਘੁਵੇਸ਼ਾ ਭੰਜਿਓ ਚਾਪੈ ਬਿਖਤ ਨਰੇਸ਼ਾ। ਹੁਣ ਰਿਖੀ ਦੀ ਆਗਿਆ ਮੰਨ ਕੇ ਰਾਮਚੰਦਰ ਜੀ ਖੜੇ ਹੋਏ ਨੇ ਤੇ ਰਾਮਚੰਦਰ ਨੇ ਸਾਧ ਸੰਗਤ ਜੀ ਰਿਖੀ ਦੀ ਆਗਿਆ ਮੰਨਦਿਆਂ ਸਾਰ ਜਿਹੜਾ ਉਹਨਾਂ ਰਾਜਿਆਂ ਦੇ ਕੋਲੋਂ ਉਹ ਧਨੁਖ ਟੁੱਟ ਨਹੀਂ ਸੀ ਰਿਹਾ, ਉਹ ਰਾਮਚੰਦਰ ਨੇ ਕਵੀ ਜੀ ਲਿਖਦੇ ਨੇ ਕਿ ਮਿੰਟੋ ਮਿੰਟ ਆਪਣੇ ਬਲ ਦੇ ਨਾਲ ਤੋੜ ਦਿੱਤਾ। ਜਨਕ ਸੁਤਾ ਸੀਤਾ ਜੇ ਨਾਮੋ ਫੂਲ ਮਾਲ ਡਾਰੀ ਗਰ ਰਾਮੋ। ਹੁਣ ਜਿਹੜਾ ਰਾਜਾ ਜਨਕ ਹੈ, ਰਾਜੇ ਜਨਕ ਦੀ ਪੁੱਤਰੀ ਹੋਈ ਹੈ ਸੀਤਾ ਤੇ ਸਾਧ ਸੰਗਤ ਜੀ ਜਿਹੜੀ ਫੁੱਲ ਮਾਲਾ ਏ ਉਹ ਉਸ ਰਾਮਚੰਦਰ ਨੇ ਹੁਣ ਉਹ ਜਿਹੜਾ ਤੀਰ ਤੋੜਿਆ ਏ ਉਹ ਤੀਰ ਤੋੜ ਕਰਕੇ ਤੇ ਜਿਹੜੀ ਮਾਲਾ ਏ ਉਹ ਰਾਮਚੰਦਰ ਨੇ ਉਸ ਸੀਤਾ ਦੇ ਗਲ ਦੇ ਵਿੱਚ ਪਾ ਦਿੱਤੀ ਹੈ। ਬਹੁਰੋ ਦਸ਼ਰਥ ਲੀਨ ਬੁਲਾਈ ਸਜ ਬਰਾਤ ਆਏ ਤੇ ਥਾਈ। ਹੁਣ ਦਸ਼ਰਥ ਦਾ ਜਿਹੜਾ ਰਾਜਾ ਸੀ ਉਹਨੇ ਸਾਧ ਸੰਗਤ ਜੀ ਬਹੁਤ ਤਗੜੀ ਜਿਹੜੀ ਬਰਾਤ ਉਹ ਬੁਲਾਈ ਹੈ ਤੇ ਬਰਾਤ ਤਿਆਰ ਕਰਕੇ ਜਦੋਂ ਆਈ ਹੈ ਤੇ ਉਹ ਸਾਰੇ ਜਿਹੜੇ ਨੇ ਉਹ ਸੀਤਾ ਨੂੰ ਲੈ ਗਏ ਹਨ। ਚਾਰ ਪੁੱਤਰ ਕੇ ਕੀਨ ਵਿਵਾਹ ਪਾਤੇ ਛਿਨ ਆਤਿਸ਼ੈ ਉਤਸਾਹ। ਤੇ ਜਦੋਂ ਉਸ ਰਾਜੇ ਦਸ਼ਰਥ ਨੇ ਆਪਣੇ ਚਾਰ ਪੁੱਤਰਾਂ ਦਾ ਵਿਆਹ ਕਰਵਾਇਆ ਏ ਤੇ ਸਾਧ ਸੰਗਤ ਜੀ ਬਹੁਤ ਜਿਹੜਾ ਚੰਗਾ ਉਤਸਵ ਹੈ, ਭਾਵ ਕਿ ਜਿਹੜੇ ਚੰਗੇ ਕਾਰਜ ਨੇ ਉਸ ਮਹਿਲ ਦੇ ਵਿੱਚ ਬਣੇ ਹੋਏ ਨੇ ਤੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਫੈਲਿਆ ਹੋਇਆ ਹੈ। ਨਗਰ ਅਯੁੱਧਿਆ ਪੁਨ ਚਲ ਆਏ ਕਿਤਕ ਦਿਵਸ ਬਸ ਜਬ ਬਿਤਾਏ। ਹੁਣ ਜਿਹੜੇ ਬਰਾਤੀ ਨੇ
ਉਹ ਵਾਪਸ ਅਯੁੱਧਿਆ ਨਗਰ ਦੇ ਵਿੱਚ ਆਏ ਨੇ। ਤੇ ਸਾਧ ਸੰਗਤ ਜੀ ਜਦੋਂ ਅਯੁੱਧਿਆ ਦੇ ਵਿੱਚ ਬੈਠਿਆ ਹੋਇਆ ਨੂੰ ਬਹੁਤ ਸਮਾਂ ਜਿਹੜਾ ਉਹ ਬੀਤਿਆ ਹੈ। ਭਾਰਤ ਵਿਦੇਸ਼ ਕੀਨ ਤਬ ਗਵਨੰ ਰਘੁਬਰ ਰੁਚਿਰ ਬਿਰਾਜੈ ਭਵਨੰ। ਹੁਣ ਜਦੋਂ ਕੀ ਸੀ, ਉਸ ਵੇਲੇ ਦਾ ਜਿਹੜਾ ਰਾਜਾ ਸੀ ਉਹ ਸਾਧ ਸੰਗਤ ਜੀ ਬਾਹਰ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਤੇ ਉਹਦੇ ਘਰ ਦੇ ਵਿੱਚ ਜਿਹੜੇ ਰਘੁਵੰਸ਼ ਕੁਲ ਦੇ ਦੀਪਕ ਸਨ ਰਾਮਚੰਦਰ ਜੀ, ਉਹ ਉਸ ਰਾਜੇ ਦੀ ਜਗ੍ਹਾ ਸੁਭਾਏਮਾਨ ਸਨ। ਦਸ਼ਰਥ ਆਪਨ ਅਵਸਥਾ ਦੇਖੀ ਦਿਓ ਰਾਜ ਸੁਧ ਚਾਏ ਵਸ਼ੀਕੀ। ਉਧਰ ਰਾਜਾ ਜਿਹੜਾ ਦਸ਼ਰਥ ਹੈ ਉਹਨੇ ਵੀ ਆਪਣੀ ਉਮਰ ਦੇ ਵੱਲ ਧਿਆਨ ਮਾਰਿਆ ਏ ਤੇ ਸਾਧ ਸੰਗਤ ਜੀ ਉਮਰ ਵੱਲ ਧਿਆਨ ਮਾਰਦਿਆਂ ਹੋਇਆ ਹੁਣ ਪੁੱਤਰ ਨੂੰ ਰਾਜ ਦੇਣ ਦੀ ਜਿਹੜੀ ਅਭਿਲਾਖਾ ਭਾਵ ਕਿ ਆਸ਼ਾ ਜਿਹੜੀ ਉਹ ਮਨ ਦੇ ਵਿੱਚ ਆਈ ਹੈ। ਆਬਖੇ ਕਨ ਕੋ ਸਮਾ ਵਿਚਾਰੀ ਸਰਬ ਸੌਜ ਕੀਨੀ ਜਬ ਤਿਆਰੀ। ਹੁਣ ਜਦੋਂ ਰਾਜ ਤਿਲਕ ਦਾ ਸਮਾਂ ਆਇਆ ਹੈ ਤੇ ਸਾਰੀ ਤਿਆਰੀ ਸਾਧ ਸੰਗਤ ਜੀ ਹੋਣ ਲੱਗੀ ਹੈ ਤੇ ਹੁਣ ਕੀ ਹੋਇਆ ਹੈ ਕਿ ਕੁਝ ਵਿਗਣ ਜਿਹੜਾ ਉਹ ਪਿਆ, ਉਹ ਵਿਗਣ ਕਿਹੜਾ ਹੈ? ਸੁਨਤ ਕਹਿ ਕਈ ਕੋ ਮਨ ਸ਼ੋਭਾ ਰਾਜ ਲੈਨ ਸੁਤ ਕੋ ਭਾਲੋਬਾ। ਹੁਣ ਸਾਧ ਸੰਗਤ ਜਿਹੜੀ ਕਹਿ ਕਈ ਰਾਣੀ ਹੈ ਉਹਦਾ ਜਿਹੜਾ ਪੁੱਤਰ ਹੈ ਉਸ ਰਾਣੀ ਦੇ ਮਨ ਦੇ ਵਿੱਚ ਇਹ ਚਾਹ ਹੈ ਕਿ ਮੇਰੇ ਪੁੱਤਰ ਦੇ ਕੋਲ ਰਾਜ ਹੋਵੇ। ਹੁਣ ਆਪਣੇ ਪੁੱਤਰ ਨੂੰ ਰਾਜ ਦਿਵਾਉਣ ਲਈ ਉਹਦੇ ਮਨ ਦੇ ਵਿੱਚ ਜਿਹੜਾ ਲਾਲਚ ਉਹ ਉਤਪੰਨ ਹੋਇਆ ਹੈ। ਜਬ ਭੂਪਤ ਤੇ ਪਵਨ ਪਦਾਰਾ ਰਹੀ ਰੂਠ ਨ ਬਚਨ ਉਚਾਰਾ। ਤੇ ਜਦੋਂ ਰਾਜਾ ਕੇ ਕਈ ਦੇ ਮਹਿਲ ਦੇ ਵਿੱਚ ਗਿਆ ਹੈ ਤੇ ਸਾਧ ਸੰਗਤ ਜੀ ਉਹ ਜਿਹੜੀ ਰਾਣੀ ਹੈ ਰਾਜੇ ਦੀ ਉਹ ਰੁੱਸੀ ਹੋਈ ਹੈ। ਉਹ ਰਾਜੇ ਦੇ ਨਾਲ ਕੋਈ ਵੀ ਜਿਹੜਾ ਵਿਚਾਰ ਵਟਾਂਦਰਾ ਉਹ ਨਹੀਂ ਕਰ ਰਹੀ। ਬਿਸਮਾਨਿਓ ਨ੍ਰਿਪ ਲਖ ਪੈ ਨਾਰੀ ਚੰਦ ਬਦਨ ਹੈ ਪ੍ਰਾਨ ਪਿਆਰੀ। ਤੇ ਰਾਜੇ ਨੇ ਜਦੋਂ ਆਪਣੀ ਇਹ ਇਸਤਰੀ ਦੀ ਦਸ਼ਾ ਦੇਖੀ ਹੈ ਤੇ ਬੜੇ ਪ੍ਰੇਮ ਭਰੇ ਬੋਲਾਂ ਦੇ ਨਾਲ ਸਾਧ ਸੰਗਤ ਜੀ ਉਹ ਰਾਜਾ ਜਿਹੜਾ ਬੋਲਿਆ ਹੈ। ਚਾਹੋ ਜੋ ਲਿਹੋ ਕਰਹੋ ਕਿਉ ਰੋਸੋ ਕਿਹ ਨੈ ਕੀਨ ਆਜ ਤਵ ਦੋਸ਼ੂ। ਤੇ ਕਹਿਣ ਲੱਗਾ ਕਿ ਜਿਹੜੀ ਤੇਰੇ ਮਨ ਦੇ ਵਿੱਚ ਇੱਛਾ ਹੈ, ਜਿਹੜੀ ਵੀ ਤੇਰੇ ਮਨ ਦੀ ਲਾਲਸਾ ਏ ਉਹ ਤੂੰ ਪ੍ਰਾਪਤ ਕਰਨਾ ਕਰ। ਤੇਰੇ ਮਨ ਦੇ ਵਿੱਚ ਨਾਰਾਜ਼ਗੀ ਕਿਸ ਗੱਲ ਦੀ ਹੈ? ਸੁਨ ਕੈ ਬੋਲੀ ਲਾਲਸ ਮਨ ਕੀ ਪ੍ਰਤਪਾਲਾ ਕਰ ਆਪਨ ਬਚਨ ਕੀ। ਤੇ ਸਾਧ ਸੰਗਤ ਜੀ ਸਾਰੇ ਬਚਨ ਸੁਣ ਕੇ ਰਾਜੇ ਦੇ ਬੋਲੀ ਹੈ ਕਿ ਜਿਹੜੇ ਤੁਸੀਂ ਬਚਨ ਕੀਤੇ ਨੇ ਉਹਨਾਂ ਦੀ ਤੁਸੀਂ ਪਾਲਣਾ ਕਰਨਾ ਕਰੋ। ਦ્વੈ ਬਾਰ ਦੇਨ ਕਹੇ ਜੋ ਮੋਰੂ ਸੋ ਨੈ ਦਿਓ ਪਇਓ ਮੁਜਰੋ। ਕਹਿਣ ਲੱਗੀ ਹੈ ਕਿ ਜਿਹੜੇ ਤੁਸੀਂ ਬਚਨ ਕੀਤੇ ਸਨ ਕਿ ਮੈਂ 2 ਵਾਰ ਤੁਹਾਨੂੰ ਦੇਵਾਂਗਾ, ਪਰ ਹੁਣ ਤੁਸੀਂ ਉਹਨਾਂ 2 ਵਾਰਾਂ ਤੋਂ ਮੁੱਕਰ ਰਹੇ ਹੋ ਤੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਉਤਪੰਨ ਹੋ ਰਿਹਾ ਹੈ। ਦੇਹੁ ਅਬੇ ਤਉ ਜੀਵਨ ਮੇਰਾ ਨਾ ਤੁਰ ਮਰਨ ਲਖੋ ਇਸ ਬੇਰਾ। ਤੇ ਜੇਕਰ ਹੁਣੇ ਮੈਨੂੰ ਵਾਰ ਤੁਸੀਂ ਦੇ ਦੇਵੋ ਤਾਂ ਮੇਰੇ ਜੀਵਨ ਦਾ ਤੁਸੀਂ ਚਿਹਰਾ ਦੇਖੋਗੇ, ਪਰ ਜੇਕਰ ਤੁਸੀਂ ਇਹ ਵਾਰ ਮੈਨੂੰ ਨਾ ਦਿੱਤੇ ਤਾਂ ਤੁਸੀਂ ਜਿਹੜਾ ਮੇਰੀ ਮਰੀ ਹੋਈ ਦਾ ਮੂੰਹ ਦੇਖੋਗੇ। ਨਿਰਪ ਨੈ ਕਹਿਓ ਚਾਹੇ ਜੋ ਲੀਜੈ ਬੋਲੀ ਰਾਜ ਤਾਤ ਮੈਂ ਦੀਜੈ। ਹੁਣ ਰਾਜੇ ਦੇ ਵਿਚਾਰੇ ਦਾ ਕੋਈ ਜ਼ੋਰ ਨਹੀਂ ਚੱਲ ਰਿਹਾ
ਤੇ ਰਾਜੇ ਨੇ ਹਾਰ ਕੇ ਕਿਹਾ ਏ ਕਿ ਜਿਹੜੀ ਵੀ ਤੇਰੇ ਮਨ ਦੇ ਵਿੱਚ ਇੱਛਾ ਏ ਤੂੰ ਉਹ ਜਿਹੜੀ ਇੱਛਾ ਏ ਉਹਨੂੰ ਪ੍ਰਾਪਤ ਕਰ ਲੈਣਾ ਕਰ। ਭੂਪਤ ਆਪਨੋ ਬਚਨ ਨ ਹਾਰਿਓ, ਦਿਓ ਰਾਜ ਤਹਿ ਬਹੁਤ ਤਿਕਾਰਿਓ। ਹੁਣ ਰਾਜਾ ਸਾਧ ਸੰਗਤ ਜੀ ਆਪਣੇ ਬਚਨਾਂ ਤੋਂ ਹਾਰ ਨਹੀਂ ਸਕਿਆ ਤੇ ਸਾਰਾ ਜਿਹੜਾ ਰਾਜ ਹੈ ਉਹ ਕਈ ਦਾ ਜਿਹੜਾ ਪੁੱਤਰ ਹੈ ਉਹਨੂੰ ਉਸ ਰਾਜੇ ਨੇ ਦਿੱਤਾ ਹੈ। ਦੂਸਰ ਬਰ ਰਘੁਬਰ ਬਨਵਾਸਾ, ਸੋਨਾ ਨ੍ਰਿਪਤ ਜੀ ਜੀਵਨ ਕੀ ਆਸਾ। ਪਹਿਲਾ ਵਰ ਤੇ ਇਹ ਸੀ ਕਿ ਰਾਜ ਦਾ, ਦੂਸਰਾ ਵਰ ਕੀ ਸੀ ਉਸ ਰਾਜੇ ਦਾ ਕਿ ਜਿਹੜਾ ਰਾਮਚੰਦਰ ਹੈ ਉਹਨੂੰ ਬਨਵਾਸ ਦੇ ਦਿਓ। ਤੇ ਸਾਧ ਸੰਗਤ ਜੀ ਰਾਜੇ ਨੇ ਬਨਵਾਸ ਦਿੱਤਾ ਹੈ। ਤੇ ਹੁਣ ਰਾਜੇ ਨੇ ਜਦੋਂ ਇਹ ਬਚਨ ਕੀਤੇ ਨੇ ਤੇ ਰਾਜੇ ਦੇ ਮਨ ਦੇ ਵਿੱਚ ਜੀਣ ਦੀ ਜਿਹੜੀ ਆਸਾ ਉਹ ਨਹੀਂ ਰਹੀ। ਰਾਮਚੰਦ ਤਬ ਵਿਪਨ ਪਧਾਰੇ, ਸੀਤਾ ਲਛਮਨ ਲੀਨ ਸੰਗਾਰੇ। ਹੁਣ ਰਾਮਚੰਦਰ ਜੀ ਬਚਨ ਮੰਨ ਕੇ ਤੇ ਸਾਧ ਸੰਗਤ ਜੀ ਆਪਣੇ ਪਿਤਾ ਦੇ ਆਗਿਆ ਦਾ ਪਾਲਨ ਕਰਦੇ ਹੋਏ ਜੰਗਲਾਂ ਵੱਲ ਨੂੰ ਤੁਰ ਪਏ ਨੇ ਤੇ ਨਾਲ ਆਪਣੀ ਪਤਨੀ ਸੀਤਾ ਨੂੰ ਵੀ ਲੈ ਗਏ ਨੇ। ਹੁਣ ਕੱਲ ਦੇ ਪ੍ਰਸੰਗ ਵਿੱਚ ਵਾਪਰੇਗਾ ਕੀ ਸਾਧ ਸੰਗਤ ਜੀ ਕਿ ਉਥੋਂ ਦੇ ਲੋਕਾਂ ਦੀ ਦਸ਼ਾ ਕੀ ਬਣੀ ਹੋਈ ਹੈ ਜਾਂ ਕੀ ਵਿਵਹਾਰ ਹੈ ਉਹਨਾਂ ਲੋਕਾਂ ਦਾ, ਉਹ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। आओ सुरतियां बिरतियां नूं करिए एकाग्रचित, शब्द पढ़िए। आओ सारी उच्ची आवाज दे सरवण करना करो। आए प्रभ शरणागति, आए प्रभ शरणागति। आए प्रभ शरणागति, आए प्रभ शरणागति। आए प्रभ शरणागति, आए प्रभ शरणागति। कृपा निध दयाल, कृपा निध दयाल। कृपा निध दयाल, कृपा निध दयाल। एक शब्द हर मन बसता, एक अखर हर मन बसत। एक अखर हर मन बसता, एक अखर हर मन बसत। नानक होत निहाल, नानक होत निहाल। नानक होत निहाल, नानक होत निहाल। आए प्रभ शरणागति, आए प्रभ शरणागति। शरणागति, आए प्रभ शरणागति।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।